किसान दा पुत्त होने के नाते केंद्र दी मोदी सरकार नूं सवाल करदा कि भारत दी खेतीबाड़ी नूं उजाड़न दे लई ਜਿਹੜੇ 3 ਆਰਡੀਨੈਂਸ ਤੁਸੀਂ ਲੈ ਕੇ ਆਏ ਸੀ ਜਿਨ੍ਹਾਂ ਨੂੰ ਪਾਰਲੀਮੈਂਟ ਦੇ ਵਿੱਚੋਂ ਵੀ ਤੁਸੀਂ ਪਾਸ ਕਰਾ ਚੁੱਕੇ ਹੋ ਕੀ ਇਹ ਆਰਡੀਨੈਂਸ ਵਿਸ਼ਵ ਵਪਾਰ ਸੰਗਠਨ ਦੇ ਰਾਹੀਂ ਕੀਤੇ ਗਏ ਗੈਟ ਸਮਝੌਤੇ ਦਾ ਹਿੱਸਾ ਨਹੀਂ ਜਿਸ ਗੈਟ ਸਮਝੌਤੇ ਦੇ ਤਹਿਤ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਜਿਹੜੀ ਖੇਤੀਬਾੜੀ ਆਰਥਿਕਤਾ ਉਸ ਦੇ ਵਿੱਚ ਮਲਟੀਨੇਸ਼ਨਲ ਕੰਪਨੀਆਂ ਨੂੰ ਖੁੱਲ੍ਹਾ ਵਪਾਰ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਆ ਉਹ ਗੈਟ ਸਮਝੌਤਾ ਜਿਸ ਦੇ ਤਹਿਤ ਸਰਕਾਰੀ ਖਰੀਦ ਬੰਦ ਕੀਤੀ ਜਾਣੀ ਆ ਉਹ ਗੈਟ ਸਮਝੌਤਾ ਜਿਸ ਦੇ ਤਹਿਤ ਮਲਟੀਨੇਸ਼ਨਲ ਕੰਪਨੀਆਂ ਨੂੰ ਖੇਤੀਬਾੜੀ ਦੇ ਵਿੱਚ ਵਪਾਰ ਕਰਨ ਦੇ ਲਈ ਟੈਕਸ ਛੋਟਾਂ ਦਿੱਤੀਆਂ ਜਾਣੀਆਂ ਨੇ ਉਹ ਗੈਟ ਸਮਝੌਤਾ ਜਿਸ ਦੇ ਤਹਿਤ ਹਿੰਦੁਸਤਾਨ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕੰਪਨੀਆਂ ਦਾ ਕਬਜ਼ਾ ਕਰਾਇਆ ਜਾਣਾ ਹੈਗਾ। मैं किसान दी धी होने के नाते पूछना चाहनी हाँ कि मेरे सुपरिਆਂ ਨੂੰ ਤਾਂ हरी क्रांति ने पहला ही ग्रहण लगा दिता सी। मेरे बापू ਤਾਂ ਮਸੋਸਿਆ ਮੂੰਹ देखने ਦੀ मेरे विच पहला ही हिम्मत नहीं सी। मेरी पींग दी हिंग ਤਾਂ पहला ही अगवा हो गई सी। ਹੁਣ ਤੁਸੀਂ ਮੇਰੇ ਸੁਪਨਿਆਂ ਨੂੰ ਇੱਕ ਵਾਰ ਫਿਰ ਉਜਾੜਨ ਲੱਗੇ ਹੋ ਕਿ ਤੁਹਾਨੂੰ ਤਰਸ ਨਹੀਂ ਆਉਂਦਾ। किसान का पुत होने के नाते मैं सरकार नूं पुछदा हाँ जवाब दिओ जदों भारत नूं अनाज की लोड़ सी तां उदों तुसीं पंजाब हरियाणा के किसानां नूं खादां जहरां टर्मिनेटर बीज पता नहीं की नवीं विधियां दे के अपने देश का अनाज भंडार भरवाया। ਭਾਰਤ ਅਨਾਜ ਦੇ ਵਿੱਚ ਆਤਮ ਨਿਰਭਰ ਹੋਇਆ ਪਰ ਹੁਣ ਤੁਸੀਂ ਸਾਡੀ ਖੇਤੀ ਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਹੇ ਹੋ। 3 ਆਰਡੀਨੈਂਸ ਜੋ ਖੇਤੀ ਦੇ ਸੰਬੰਧ ਵਿੱਚ ਆਏ ਹੈ ਉਹ ਪੂਰੇ ਦੇ ਪੂਰੇ ਖੇਤੀਬਾੜੀ ਸੈਕਟਰ ਨੂੰ ਪ੍ਰਾਈਵੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਪਹਿਲਾ ਕਦਮ ਹੈ। ਅਸੀਂ ਜਾਣਦੇ ਹਾਂ ਕਿ ਜਿਹੜੀ ਹਰੀ ਕ੍ਰਾਂਤੀ ਆਈ ਪਹਿਲਾਂ जिसने देश का अनाज भंडार भरे तो उस हरी क्रांति का कोई लाभ किसान नूं तां होया ही नहीं। लाभ तो वह भी कंपनियां नूं होया प्राइवेट सैक्टर नूं होया तो अज वाले आर्डीनेंस तो बिल्कुल ही सीधा ही इस गल ते मोहर लाउंदे ने ते असी किसान होने के नाते ये मैं पूछना चाहता कि इस गल की गारंटी है कि ये जिहड़ा तुसीं कहंदे हो कि किसानां दी आमदन वध जाएगी तो ये फायदा भी पक्की गल ही है कि कारपोरेट सैक्टर में जाएगा। इस गल का जवाब किसान मंगता। मैं किसान का पुत होने के नाते सरकार तो यह पूछना चाहना है भी सरकार कहती है कि मंडियां नहीं तोड़ियां जाणगियां पर किहड़े व्यापारी के दिमाग के पेच ढिले हुए ने कि वह 8.5% टैक्स दे के मंडियां च बैठूगा। हाँ किसान का पुत होने के नाते मैं सरकार तो ये पूछना चाहना कि संविधान दे विच 3 सूचियां शामिल ने। पहली सूची विच वो विषय ने जिन्हां ते केंद्र कानून बना सकता है। दूजी सूची विच वो विषय ने जिन्हां ते राज सरकारां कानून बना सकदियां ते खेतीबाड़ी का विषा राज सरकारां दे कानून दे अधीन आउंदा है। फिर केंद्र नूं ये क्यों लोड़ पई कि राज सरकारां तो पुछे बिना ते उन्हां दी राय लए तो बिना ही ये कानून है जिहड़े बनाने पै गए, ये आर्डीनेंस है जिहड़े लागू करने पै गए। मैं किसान का जागरूक पुत होने के नाते मोदी सरकार नूं एक सवाल पूछना चाहता हाँ कि जदों करोना पूरे सिखर ते सी ते पूरे भारत की GDP -23 डिग्री तक डिग्गी सी तां इन्हां ही किसानां ने सरकार दा नक्क नमूज रखण वास्ते खेती सैक्टर की GDP नूं +3% तक ਵਧਾ ਦਿੱਤਾ ਸੀ। ऐसे दौर ਦੇ ਵਿੱਚ ਫਿਰ ਕੇਂਦਰ ਸਰਕਾਰ ਦੀ ਕਿਹੜੇ ਬੇਲਣੇ 'ਚ ਬਾਂਹ ਆ ਗਈ ਸੀ ਕਿ ਖੇਤੀ ਨਾਲ ਸੰਬੰਧਿਤ ਇਹ ਕਾਲੇ ਕਾਨੂੰਨ ਰਾਤੋਂ ਰਾਤ ਇਹਨਾਂ ਨੂੰ ਆਰਡੀਨੈਂਸ ਦੇ ਰੂਪ 'ਚ ਪੇਸ਼ ਕਰਨੇ ਪਏ। ਮੈਂ ਇਹ ਸਵਾਲ ਪੁੱਛਣਾ ਚਾਹੁੰਦਾ मैं किसान दी धी होने के नाते सरकार तो यह पूछना चाहनी हाँ कि दाल आलू प्याज
ਆਦ ਚੀਜ਼ਾਂ ਨੂੰ ਹਰ ਤਰ੍ਹਾਂ ਦੀ ਬੰਦਿਸ਼ ਤੋਂ ਮੁਕਤੀ ਦੇਣ ਤੋਂ ਬਾਅਦ ਇਹ ਕੌਡੀਆਂ ਦੇ ਭਾਅ ਵਪਾਰੀਆਂ ਤੇ ਸਟੋਰਾਂ ਤੇ ਗੋਦਾਮਾਂ ਵਿੱਚ ਨਹੀਂ ਜਾਣਗੇ ਕਿ ਸ਼ਾਰਟੇਜ ਦੇ ਟਾਈਮ ਤੇ ਉੱਥੋਂ ਸੋਨੇ ਦੇ ਬਣ ਨਹੀਂ ਨਿਕਲਣਗੇ ਕਿ ਇਸ ਮਹਿੰਗਾਈ ਨਾਲ ਸਾਡਾ ਚੁੱਲ੍ਹਾ ਹੋਰ ਠੰਡਾ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਸਰਕਾਰ ਬਲੈਕ ਮਾਰਕੀਟਿੰਗ ਨੂੰ ਕਾਨੂੰਨੀ ਰੁਤਬਾ ਨਹੀਂ ਦੇ ਰਹੀ। ਅਤੇ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਂ ਤੇ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜੇ ਤਿੰਨੇ ਕਾਨੂੰਨ ਲੈ ਕੇ ਆਂਦੇ ਨੇ ਸਰਕਾਰ ਨੇ, ਇਹਨਾਂ ਦੇ ਵਿੱਚ ਇਹ ਦਰਜ ਕਿਉਂ ਨਹੀਂ ਕੀਤਾ ਕਿ MSP ਖਤਮ ਨਹੀਂ ਕੀਤੀ ਜਾਵੇਗੀ ਅਤੇ ਕੋਈ ਵੀ ਵਪਾਰੀ ਕਿਸਾਨ ਦੀ ਫਸਲ MSP ਤੋਂ ਘੱਟ ਰੇਟ ਤੇ ਨਹੀਂ ਖਰੀਦੇਗਾ। ਇਹ ਮੈਂ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦਾ। ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਕਰੋੜਾਂ ਕਿਸਾਨਾਂ ਤੇ ਇਹ ਕਾਨੂੰਨ ਲਾਗੂ ਹੋਣੇ ਨੇ, ਕਿਸੇ ਵੀ ਪਲੇਟਫਾਰਮ ਤੇ ਉਹਨਾਂ ਦੀ ਮਰਜ਼ੀ ਜਾਂ ਇੱਛਾ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ। ਮੈਂ ਮਜ਼ਦੂਰ ਦਾ ਪੁੱਤ ਹੋਣ ਦੇ ਨਾਤੇ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ, ਜੇ ਮੰਡੀਆਂ ਨਾ ਰਹੀਆਂ ਤਾਂ ਮਜ਼ਦੂਰਾਂ ਦਾ ਰੋਜ਼ਗਾਰ ਕਿੱਥੋਂ ਰਹੂਗਾ? ਤੁਸੀਂ ਤਾਂ ਵੱਡੀਆਂ ਮਸ਼ੀਨਾਂ ਤੇ ਤਕਨੀਕਾਂ ਨਾਲ ਸਾਰਾ ਕੁਝ ਮਿੰਟਾਂ ਸਕਿੰਟਾਂ 'ਚ ਕਰ ਲਓਗੇ, ਪਰ ਅਸੀਂ ਕਿੱਧਰ ਜਾਵਾਂਗੇ? ਨਾਲੇ ਇੱਕ ਗੱਲ ਹੋਰ, ਸਾਡਾ ਰੋਜ਼ਗਾਰ ਖੋ ਕੇ ਸਾਡੇ ਢਿੱਡ ਤੇ ਲੱਤ ਮਾਰਨ ਦਾ ਹੱਕ ਤੁਹਾਨੂੰ ਦਿੱਤਾ ਕਿਸ ਨੇ ਹੈ? ਮੈਂ ਇੱਕ ਸਧਾਰਨ ਇਨਸਾਨ ਹੋਣ ਦੇ ਨਾਤੇ ਇਹ ਜਾਣਨਾ ਚਾਹੁੰਦਾ ਹਾਂ ਕਿ ਜੇ ਸਾਡਾ ਅੰਨਦਾਤਾ ਇਸ ਤਰ੍ਹਾਂ ਬਰਬਾਦ ਹੋ ਜਾਵੇਗਾ ਤਾਂ ਇਸ ਦਾ ਅਸਰ ਬਾਕੀ ਚੀਜ਼ਾਂ ਤੇ ਕਿੰਨਾ ਕੁ ਪਵੇਗਾ। ਕਿਸੇ ਇੱਕ ਧਿਰ ਨੂੰ ਮੁਨਾਫਾ ਦੇਣ ਲਈ ਕਿਸੇ ਦੂਜੀ ਧਿਰ ਦੀ ਸੰਗੀ ਤੇ ਅੰਗੂਠਾ ਧਰਨ ਦੀ ਕਵਾਇਦ ਠੀਕ ਹੈ? ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਰਾਜ ਸਭਾ ਵਿੱਚ ਇਸ ਕਾਨੂੰਨ ਤੇ VOTING ਕਿਉਂ ਨਹੀਂ ਕਰਾਈ ਗਈ। ਡਿਪਟੀ ਚੇਅਰਮੈਨ ਨੂੰ ਇਹ ਕਿਵੇਂ ਪਤਾ ਲੱਗ ਗਿਆ ਕਿ ਬਹੁਤੇ ਮੈਂਬਰ ਇਸ ਕਾਨੂੰਨ ਦੇ ਹੱਕ ਵਿੱਚ ਹਨ? ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਤੇ ਭਵਿੱਖ ਵਿੱਚ ਹੋਣ ਵਾਲੀਆਂ ਜਾਤੀਆਂ ਦੇ ਵਿਰੋਧ ਵਿੱਚ ਕੋਰਟ ਜਾਣ ਦਾ ਫੈਸਲਾ ਕਿਉਂ ਖੋਇਆ ਗਿਆ ਤੇ ਉਹਨਾਂ ਨੂੰ ਸਿਆਸੀ ਕਾਮਾਂ ਦੀ ਸਰਪ੍ਰਸਤੀ ਵਿੱਚ ਚੱਲਣ ਵਾਲੀ ਅਫਸਰਸ਼ਾਹੀ ਦੇ ਹਵਾਲੇ ਕਿਉਂ ਕੀਤਾ ਗਿਆ। ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਜ਼ਮੀਨ ਨੂੰ 2-4 ਸਾਲ ਲਈ ਕਿਸੇ ਸਮਝੌਤੇ ਤਹਿਤ ਪ੍ਰਾਈਵੇਟ ਕੰਪਨੀ ਨੂੰ ਦੇਣ ਤੋਂ ਬਾਅਦ ਕਿਸਾਨ ਆਪਣੇ ਟਰੈਕਟਰ ਤੇ ਹੋਰ ਸੰਦ ਵੇਚ ਦੇਣਗੇ ਜਾਂ ਉਹਨਾਂ ਤੇ ਘਰ ਪਿਆਂ ਤੇ ਜੰਗਾਲ ਲੱਗੇਗਾ ਤੇ ਵਿਆਜ ਪੈਂਦਾ ਰਹੇਗਾ। ਜੇਕਰ ਵੇਚ ਦੇਣਗੇ, ਇਸ ਸਮਝੌਤੇ ਵਿੱਚ ਨਿਕਲਣ ਤੋਂ ਬਾਅਦ ਜੇ ਉਹ ਦੁਬਾਰਾ ਖੇਤੀ ਕਰਨਾ ਚਾਹਣ ਤਾਂ ਕੀ ਉਹਨਾਂ ਲਈ ਅਜਿਹਾ ਸੰਭਵ ਹੈ? ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਸਰਕਾਰਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਕਰੋੜਾਂ ਕਿਸਾਨਾਂ, ਲੱਖਾਂ ਕਰੋੜਾਂ ਕਿਸਾਨਾਂ ਤੇ ਇਹ ਕਾਨੂੰਨ ਲਾਗੂ ਹੋਣੇ ਹਨ, ਕਿਸੇ ਵੀ ਪਲੇਟਫਾਰਮ ਤੋਂ ਉਹਨਾਂ ਦੀ ਇੱਛਾ ਮਰਜ਼ੀ ਜਾਂ ਰਾਏ ਜਾਣਨ ਦੀ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ?